प्यारे विद्यार्थियों, नमस्कार, सत श्री अकाल। ਅੱਜ ਆਪਾਂ ਕਰਾਂਗੇ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਕੀ ਹੁੰਦਾ ਹੈ, ਯਾਨੀ ਕਿ ਲਾਭ ਹਾਨੀ ਸਮਯੋਜਨ ਖਾਤਾ। ਅੰਤਿਮ ਖਾਤਿਆਂ ਵਿੱਚ ਲਾਭ ਜਾਂ ਹਾਨੀ ਦਾ ਪਤਾ ਕਰਨ ਲਈ ਲਾਭ ਹਾਨੀ ਖਾਤਾ ਤਿਆਰ ਕੀਤਾ ਜਾਂਦਾ ਹੈ। ਸਾਂਝੇਦਾਰੀ ਫਰਮ ਵਿੱਚ ਲਾਭ ਹਾਨੀ ਖਾਤੇ ਦੇ ਨਾਲ ਲਾਭ ਹਾਨੀ ਸਮਯੋਜਨ ਖਾਤਾ ਵੀ ਬਣਾਇਆ ਜਾਂਦਾ ਹੈ, ਜਿੱਥੇ ਲਾਭ ਨੂੰ ਸਾਂਝੇਦਾਰਾਂ ਵਿੱਚ ਦੀ ਵੰਡਿਆ ਜਾਂਦਾ ਹੈ ਜਾਂ ਉਸ ਦੀ ਵੰਡ ਨੂੰ ਦਰਸਾਇਆ ਜਾਂਦਾ ਹੈ। ਲਾਭ ਹਾਨੀ ਸਮਯੋਜਨ ਖਾਤਾ ਲਾਭ ਹਾਨੀ ਖਾਤੇ ਦਾ ਵਿਸਤਾਰ ਰੂਪ ਹੈ। ਇਸ ਖਾਤੇ ਵਿੱਚ ਪੂੰਜੀ ਉੱਤੇ ਵਿਆਜ, ਸਾਂਝੇਦਾਰਾਂ ਦੀ ਤਨਖਾਹ, ਕਮਿਸ਼ਨ ਆਦਿ ਨੂੰ ਡੈਬਿਟ ਸਾਈਡ ਅਤੇ ਨਿੱਜ ਵਰਤੀ ਰਕਮ ਤੇ ਵਿਆਜ ਨੂੰ ਕ੍ਰੈਡਿਟ ਸਾਈਡ ਵੱਲ ਦਰਸਾਇਆ ਜਾਂਦਾ ਹੈ। ਇਸ ਨੂੰ ਅਸੀਂ ਹੋਰ ਸੌਖੇ ਸ਼ਬਦਾਂ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਤੁਸੀਂ +1 ਵਿੱਚ TPL ਬਣਾਇਆ ਸੀ, ਜਿਸ ਨੂੰ ਅਸੀਂ ਕਹਿੰਦੇ ਹਾਂ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ। ਅਸੀਂ ਸਭ ਤੋਂ ਪਹਿਲਾਂ ਬਣਾਉਂਦੇ ਸੀ ਟ੍ਰੇਡਿੰਗ ਅਕਾਊਂਟ। ਟ੍ਰੇਡਿੰਗ ਅਕਾਊਂਟ ਦੇ ਵਿੱਚ ਅਸੀਂ ਕੀ ਨਿਕਾਲਦੇ ਸੀ? ਗਰੋਸ ਪ੍ਰੋਫਿਟ। ਗਰੋਸ ਪ੍ਰੋਫਿਟ ਤੋਂ ਬਾਅਦ ਫਿਰ ਅਸੀਂ ਬਣਾਉਂਦੇ ਸੀ ਪ੍ਰੋਫਿਟ ਐਂਡ ਲਾਸ ਅਕਾਊਂਟ, ਔਰ ਉਸ ਦੇ ਵਿੱਚ ਅਸੀਂ ਨਿਕਾਲਦੇ ਸੀ ਨੈਟ ਪ੍ਰੋਫਿਟ, ਯਾਨੀ ਕਿ ਸ਼ੁੱਧ ਲਾਭ। ਪਿਆਰੇ ਵਿਦਿਆਰਥੀਓ, ਉਸ ਸ਼ੁੱਧ ਲਾਭ ਨੂੰ ਵੰਡਣ ਦੇ ਲਈ ਪਾਰਟਨਰ ਇੱਕ ਅਕਾਊਂਟ ਬਣਾਉਂਦੇ ਹਨ, ਜਿਸ ਦੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਕਿਹੜੇ ਪਾਰਟਨਰ ਨੂੰ ਕਿੰਨਾ ਪੂੰਜੀ ਉੱਪਰ ਵਿਆਜ ਮਿਲਣਾ ਹੈ, ਕਿਸ ਪਾਰਟਨਰ ਨੂੰ ਸੈਲਰੀ ਮਿਲਣੀ ਹੈ, ਔਰ ਕਿਸ ਪਾਰਟਨਰ ਨੂੰ ਕਮਿਸ਼ਨ ਮਿਲਣਾ ਹੈ, ਜਾਂ ਫਿਰ ਕਿਸ ਪਾਰਟਨਰ ਦੇ ਕੋਲੋਂ ਡਰਾਇੰਗਸ ਦੇ ਉੱਪਰ ਨਿੱਜ ਵਰਤੀ ਰਕਮ ਦੇ ਉੱਪਰ ਵਿਆਜ ਲੈਣਾ ਹੈ। ਇਹ ਸਾਰਾ ਕੁਝ ਇੱਕ ਅਕਾਊਂਟ ਦੇ ਵਿੱਚ ਲਿਖਿਆ ਜਾਂਦਾ ਹੈ, ਯਾਨੀ ਕਿ ਜਿੰਨਾ ਪ੍ਰੋਫਿਟ ਸਾਲ ਦੇ ਦੌਰਾਨ ਹੋਇਆ, ਉਸ ਸਾਰੇ ਪ੍ਰੋਫਿਟ ਨੂੰ ਵੰਡਣ ਦੇ ਲਈ ਇੱਕ ਅਕਾਊਂਟ ਬਣਾਇਆ ਜਾਂਦਾ ਹੈ। ਦੈਟ ਅਕਾਊਂਟ ਇਜ਼ ਕਾਲਡ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਇਸ ਨੂੰ ਅਸੀਂ ਪੰਜਾਬੀ ਵਿੱਚ ਲਾਭ ਹਾਨੀ ਸਮਯੋਜਨ ਖਾਤਾ ਆਖਦੇ ਹਾਂ। ਇਸ ਨੂੰ ਅਸੀਂ ਹੁਣ ਇੰਗਲਿਸ਼ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਕੀ ਹੁੰਦਾ ਹੈ। ਦਿਸ ਅਕਾਊਂਟ ਇਜ਼ ਐਨ ਐਕਸਟੈਂਸ਼ਨ ਆਫ ਪ੍ਰੋਫਿਟ ਐਂਡ ਲਾਸ ਅਕਾਊਂਟ। net profit has been distributed among partners. Entries for interest on capital, interest on drawings, salary to partners, commission to partners, and division of profits among the partners will be passed only profit and loss appropriation account। ਪਿਆਰੇ ਵਿਦਿਆਰਥੀਓ, ਅਸੀਂ ਇਸ ਨੂੰ ਸਰਲ ਭਾਸ਼ਾ ਵਿੱਚ ਸਮਝਣ ਲਈ ਇੱਕੋ ਇੱਕ ਗੱਲ ਯਾਦ ਰੱਖਾਂਗੇ ਕਿ ਜਦੋਂ ਨੈਟ ਪ੍ਰੋਫਿਟ ਨੂੰ ਪਾਰਟਨਰ ਦੇ ਵਿਚਕਾਰ ਡਿਸਟਰੀਬਿਊਟ ਕੀਤਾ ਜਾਂਦਾ ਹੈ, ਤਾਂ ਉਹਦੇ ਲਈ ਇੱਕ ਅਕਾਊਂਟ ਪ੍ਰਪੇਅਰ ਕੀਤਾ ਜਾਂਦਾ ਹੈ। ਦੈਟ ਅਕਾਊਂਟ ਇਜ਼ ਕਾਲਡ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਕਰਦੇ ਹਾਂ ਕਿ ਫੀਚਰਸ ਆਫ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਸਭ ਤੋਂ ਪਹਿਲਾਂ ਇਸ ਦੀ ਵਿਸ਼ੇਸ਼ਤਾ ਹੈ ਕਿ ਇਟ ਇਜ਼ ਏ ਨੋਮੀਨਲ ਅਕਾਊਂਟ। ਇਹ ਇੱਕ ਨਾਮਾਤਰ ਖਾਤਾ ਹੁੰਦਾ ਹੈ। ਨੰਬਰ 2 'ਤੇ ਕਰਦੇ ਹਾਂ, ਇਟ ਇਜ਼ ਪ੍ਰਪੇਅਰਡ ਓਨਲੀ ਬਾਈ ਪਾਰਟਨਰਸ਼ਿਪ ਫਰਮਸ। ਇਸ ਖਾਤੇ ਨੂੰ ਸਾਂਝੇਦਾਰੀ ਫਰਮਾਂ ਦੁਆਰਾ
ਤਿਆਰ ਕੀਤਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਸੋਚ ਰਹੇ ਹੋਵੋਗੇ ਕਿ ਸਿਰਫ ਸਾਂਝੇਦਾਰੀ ਫਰਮਾਂ ਦੁਆਰਾ ਹੀ ਤਿਆਰ ਕਿਉਂ ਕੀਤਾ ਜਾਂਦਾ ਹੈ। ਧਿਆਨ ਨਾਲ ਸੁਣੋ। ਅਸੀਂ +1 ਵਿੱਚ ਕੀਤਾ ਸੀ TPL, ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ। ਅਸੀਂ ਉਹਦੇ ਤੋਂ ਨਿਕਾਲਦੇ ਸੀ ਨੈਟ ਪ੍ਰੋਫਿਟ। ਹੁਣ ਨੈਟ ਪ੍ਰੋਫਿਟ ਨੂੰ ਜਦੋਂ ਸਾਰੇ ਪਾਰਟਨਰ ਆਪਸ ਵਿੱਚ ਵੰਡਦੇ ਹਨ ਤਾਂ ਉਹਦੇ ਲਈ ਇੱਕ ਅਕਾਊਂਟ ਬਣਾਇਆ ਜਾਂਦਾ ਹੈ। ਉਸ ਦਾ ਨਾਮ ਹੈ, ਅਸੀਂ ਭਲੀ ਭਾਂਤੀ ਜਾਣ ਗਏ ਹਾਂ, ਕੀ ਨਾਮ ਹੈ? ਲਾਭ ਹਾਨੀ ਸਮਯੋਜਨ ਖਾਤਾ, ਯਾਨੀ ਕਿ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਤਾਂ ਸਾਰੇ ਪਾਰਟਨਰ ਆਪਸ ਦੇ ਵਿੱਚ ਜਦੋਂ ਪ੍ਰੋਫਿਟ ਨੂੰ ਵੰਡਦੇ ਨੇ ਤਾਂ ਫਿਰ ਪਿਆਰੇ ਵਿਦਿਆਰਥੀਓ ਕੀ ਬਣਦਾ ਹੈ? ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਇਟ ਮੀਨਸ ਇਹ ਸਿਰਫ ਔਰ ਸਿਰਫ ਫਰਮਾਂ ਦੁਆਰਾ ਹੀ ਬਣਾਇਆ ਜਾਂਦਾ ਹੈ। ਤੀਸਰੇ ਨੰਬਰ 'ਤੇ ਹੈ ਸਾਡੇ ਕੋਲ ਇਟ ਇਜ਼ ਪ੍ਰਪੇਅਰਡ ਜਸਟ ਆਫਟਰ ਪ੍ਰੋਫਿਟ ਐਂਡ ਲਾਸ ਅਕਾਊਂਟ, ਯਾਨੀ ਕਿ ਇਸ ਨੂੰ ਲਾਭ ਹਾਨੀ ਖਾਤੇ ਤੋਂ ਬਾਅਦ ਬਣਾਇਆ ਜਾਂਦਾ ਹੈ। ਇਹ ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਸੀਂ ਜਦੋਂ ਨੈਟ ਪ੍ਰੋਫਿਟ ਨਿਕਾਲਿਆ, ਉਸ ਨੈਟ ਪ੍ਰੋਫਿਟ ਨੂੰ ਜਦੋਂ ਪਾਰਟਨਰ ਆਪਸ ਵਿੱਚ ਵੰਡਣਗੇ ਤਾਂ ਫਿਰ ਕਿਹੜਾ ਖਾਤਾ ਬਣਾਉਣਗੇ? ਇੱਕ ਪ੍ਰੋਫਿਟ ਵੰਡ ਖਾਤਾ ਅਸੀਂ ਕਹਿ ਲਾਂਗੇ, ਪ੍ਰੋਫਿਟ ਨੂੰ ਵੰਡਣ ਵਾਲਾ ਖਾਤਾ। ਅਤੇ ਪ੍ਰੋਫਿਟ ਨੂੰ ਵੰਡਣ ਵਾਲਾ ਖਾਤਾ ਕਿਹੜਾ ਪਿਆਰੇ ਵਿਦਿਆਰਥੀਓ? ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਤਾਂ ਜੀ ਇਹਦੀ ਇੱਕ ਵਿਸ਼ੇਸ਼ਤਾ ਕੀ ਹੋਈ ਕਿ ਇਹ ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਬਾਅਦ ਬਣਾਇਆ ਜਾਂਦਾ ਹੈ। ਇਸ ਤੋਂ ਨੈਕਸਟ ਨੰਬਰ ਹੈ ਇਟ ਸ਼ੋਜ਼ ਹਾਊ ਦੀ ਨੈਟ ਪ੍ਰੋਫਿਟ ਫॉर the accounting period is appropriated among the partners। ਇਹ ਖਾਤਾ ਇਹ ਦਰਸਾਉਂਦਾ ਹੈ ਕਿ ਲਿਖਾਂਕਨ ਸਮੇਂ ਦਾ ਸ਼ੁੱਧ ਲਾਭ ਕਿਵੇਂ ਪ੍ਰਾਪਤ ਕੀਤਾ ਗਿਆ ਹੈ, ਯਾਨੀ ਕਿ ਜਿਹੜਾ ਅਸੀਂ ਪ੍ਰੋਫਿਟ ਕਮਾਇਆ, ਜਿਹੜਾ ਸਾਡਾ ਨੈਟ ਪ੍ਰੋਫਿਟ ਹੈ, ਉਸ ਨੂੰ ਕਿਵੇਂ ਪ੍ਰਾਪਤ ਕੀਤਾ ਗਿਆ ਹੈ, ਉਸ ਨੂੰ ਕਿਵੇਂ ਵੰਡਿਆ ਗਿਆ ਹੈ, ਪਾਰਟਨਰਸ ਦੇ ਵਿੱਚ ਕਿੱਦਾਂ ਵੰਡਣਾ ਹੈ, ਇਹ ਸਾਰਾ ਕੌਣ ਸ਼ੋਅ ਕਰਦਾ ਹੈ? ਇਸ ਦੀ ਕਿੰਦੀ ਫੀਚਰ ਹੈ? ਲਾਭ ਹਾਨੀ ਸਮਯੋਜਨ ਖਾਤੇ ਦੀ ਵਿਸ਼ੇਸ਼ਤਾ ਹੈ। ਇਸ ਤੋਂ ਅੱਗੇ ਹੈ ਪਿਆਰੇ ਵਿਦਿਆਰਥੀਓ, ਐਂਟਰੀਜ਼ ਇਨ ਦਿਸ ਅਕਾਊਂਟ ਆਰ ਮੇਡ ਗਿਵਿੰਗ ਅਫੈਕਟ ਟੂ ਪਾਰਟਨਰਸ਼ਿਪ ਡੀਡ ਐਂਡ ਔਰ ਦਾ ਇੰਡੀਅਨ ਪਾਰਟਨਰਸ਼ਿਪ ਐਕਟ 1932। ਇਸ ਖਾਤੇ ਵਿੱਚ ਕੀਤੇ ਗਏ ਇੰਦਰਾਜ ਸਾਂਝੇਦਾਰੀ ਦਸਤਾਵੇਜ਼ ਅਤੇ ਸਾਂਝੇਦਾਰੀ ਕਾਨੂੰਨ 1932 'ਤੇ ਆਧਾਰਿਤ ਹੁੰਦੇ ਹਨ। ਪਿਆਰੇ ਵਿਦਿਆਰਥੀਓ, ਜਦੋਂ ਅਸੀਂ ਇਹ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਵਾਂਗੇ, ਬਣਾਉਣ ਲੱਗਾਂਗੇ, ਬਣਾਉਣ ਬੈਠਾਂਗੇ ਤਾਂ ਅਸੀਂ ਯਾਦ ਰੱਖਣਾ ਹੈ ਇੰਡੀਅਨ ਪਾਰਟਨਰਸ਼ਿਪ ਐਕਟ 1932 ਦੇ ਜੋ ਨਿਯਮ ਨੇ, ਜੋ ਕਾਨੂੰਨ ਨੇ, ਜੋ ਰੂਲਸ ਐਂਡ ਰੈਗੂਲੇਸ਼ਨਸ ਨੇ, ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਬਣਾਇਆ ਜਾਂਦਾ ਹੈ। ਜੇਕਰ ਅਸੀਂ ਸਾਂਝੇਦਾਰੀ ਐਕਟ 1932 ਦੇ ਵਿੱਚ ਕਿਸੇ ਵੀ ਰੂਲਸ ਐਂਡ ਰੈਗੂਲੇਸ਼ਨ ਦੀ ਉਲੰਘਣਾ ਕਰਾਂਗੇ ਤਾਂ ਇਸ ਨੂੰ ਅਸੀਂ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਕਦੀ ਵੀ ਨਹੀਂ ਮੰਨਾਂਗੇ। ਇਹ ਤਾਂ ਸਨ ਸਾਡੇ ਕੋਲ ਲਾਭ ਹਾਨੀ ਸਮਯੋਜਨ ਖਾਤੇ ਦੀਆਂ ਵਿਸ਼ੇਸ਼ਤਾਵਾਂ। ਇਸ ਤੋਂ ਅੱਗੇ ਪਿਆਰੇ ਵਿਦਿਆਰਥੀਓ, ਅਸੀਂ ਬੜਾ ਹੀ ਇੰਪੋਰਟੈਂਟ ਮਹੱਤਵਪੂਰਨ ਟੌਪਿਕ ਕਰਨ ਜਾ ਰਹੇ ਹਾਂ। ਲਾਭ ਹਾਨੀ ਖਾਤੇ ਅਤੇ ਲਾਭ ਹਾਨੀ ਸਮਯੋਜਨ ਖਾਤੇ ਵਿੱਚ ਅੰਤਰ, ਡਿਫਰੈਂਸ ਬਿਟਵੀਨ ਪ੍ਰੋਫਿਟ ਐਂਡ ਲਾਸ ਅਕਾਊਂਟ ਐਂਡ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਤਾਂ ਤੁਹਾਡੀ ਸਕਰੀਨ 'ਤੇ ਸਾਹਮਣੇ ਹੈ ਪਿਆਰੇ ਵਿਦਿਆਰਥੀਓ, ਪ੍ਰੋਫਿਟ ਐਂਡ ਲਾਸ ਅਕਾਊਂਟ। ਫਸਟ ਨੰਬਰ, ਇਟ ਇਜ਼ ਪ੍ਰਪੇਅਰਡ ਆਫਟਰ ਟ੍ਰੇਡਿੰਗ ਅਕਾਊਂਟ, ਯਾਨੀ ਕਿ ਜਿਹੜਾ ਪ੍ਰੋਫਿਟ ਐਂਡ ਲਾਸ ਅਕਾਊਂਟ ਹੈ ਉਹ ਟ੍ਰੇਡਿੰਗ ਅਕਾਊਂਟ ਤੋਂ ਬਾਅਦ ਬਣਾਇਆ ਜਾਂਦਾ ਹੈ। ਐਂਡ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ, ਇਟ ਇਜ਼ ਪ੍ਰਪੇਅਰਡ ਆਫਟਰ ਪ੍ਰੋਫਿਟ ਐਂਡ ਲਾਸ ਅਕਾਊਂਟ, ਯਾਨੀ ਕਿ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਨੂੰ ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਬਾਅਦ ਬਣਾਇਆ ਜਾਂਦਾ ਹੈ ਅਤੇ ਪ੍ਰੋਫਿਟ ਐਂਡ ਲਾਸ ਅਕਾਊਂਟ ਨੂੰ ਟ੍ਰੇਡਿੰਗ ਅਕਾਊਂਟ ਤੋਂ ਬਾਅਦ ਬਣਾਇਆ ਜਾਂਦਾ ਹੈ। ਨੰਬਰ 2, ਇਟ ਇਜ਼ ਪ੍ਰਪੇਅਰਡ ਟੂ ਕੈਲਕੂਲੇਟ ਨੈਟ ਪ੍ਰੋਫਿਟ ਔਰ ਨੈਟ ਲਾਸ, ਯਾਨੀ ਕਿ ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਜਾਂ ਤਾਂ ਸ਼ੁੱਧ ਲਾਭ ਨਿਕਲਦਾ ਹੈ
ਜਾਂ ਫਿਰ ਸ਼ੁੱਧ ਲਾਸ ਨਿਕਲਦਾ ਹੈ, ਯਾਨੀ ਕਿ ਜਾਂ ਨੈਟ ਪ੍ਰੋਫਿਟ ਨਿਕਲਦਾ ਹੈ ਜਾਂ ਨੈਟ ਲਾਸ ਨਿਕਲਦਾ ਹੈ। ਪਰ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ it is prepared to distribute net profit among the partners। ਤਾਂ ਡੀਅਰ ਸਟੂਡੈਂਟਸ, ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦੇ ਵਿੱਚ ਨੈਟ ਪ੍ਰੋਫਿਟ ਨੂੰ ਵੰਡਿਆ ਜਾਂਦਾ ਹੈ, ਯਾਨੀ ਕਿ ਨੈਟ ਪ੍ਰੋਫਿਟ ਨੂੰ ਵੰਡਣ ਦੇ ਲਈ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਬਣਾਇਆ ਜਾਂਦਾ ਹੈ। ਪੁਆਇੰਟ ਨੰਬਰ 3, this account has neither opening balance nor closing balance। ਪ੍ਰੋਫਿਟ ਐਂਡ ਲਾਸ ਅਕਾਊਂਟ ਦਾ ਨਾ ਤਾਂ ਮੁੱਢਲਾ ਬੈਲੈਂਸ ਹੁੰਦਾ ਹੈ, ਨਾ ਹੀ ਅੰਤਿਮ ਬੈਲੈਂਸ ਹੁੰਦਾ ਹੈ, ਯਾਨੀ ਕਿ ਇਸ ਦਾ ਕੋਈ ਓਪਨਿੰਗ ਜਾਂ ਕਲੋजिंग ਬੈਲੈਂਸ ਨਹੀਂ ਹੁੰਦਾ। ਲੇਕਿਨ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦੇ ਵਿੱਚ ਦਿਸ ਅਕਾਊਂਟ ਮੇ ਹੈਵ ਓਪਨਿੰਗ ਐਜ਼ ਵੈਲ ਐਜ਼ ਕਲੋजिंग ਬੈਲੈਂਸਿਸ। ਇਹਨਾਂ ਦੇ ਮੁੱਢਲੇ ਬੈਲੈਂਸ ਵੀ ਹੋ ਸਕਦੇ ਹਨ ਅਤੇ ਅੰਤਿਮ ਬੈਲੈਂਸ ਵੀ ਹੋ ਸਕਦੇ ਹਨ। ਇਸ ਤੋਂ ਬਾਅਦ ਹੈ ਨੰਬਰ 4, ਪ੍ਰੋਫਿਟ ਐਂਡ ਲਾਸ ਅਕਾਊਂਟ is not prepared on the basis of partnership agreement। ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪਾਰਟਨਰਸ਼ਿਪ ਦਾ ਐਗਰੀਮੈਂਟ ਨਹੀਂ ਹੁੰਦਾ, ਉਹਦੇ ਅਕੋਰਡਿੰਗ ਪ੍ਰੋਫਿਟ ਐਂਡ ਲਾਸ ਅਕਾਊਂਟ ਨਹੀਂ ਬਣਾਇਆ ਜਾਂਦਾ। ਬਟ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਪ੍ਰਪੇਅਰਡ ਔਨ ਦੀ ਬੇਸਿਸ ਆਫ ਪਾਰਟਨਰਸ਼ਿਪ ਐਗਰੀਮੈਂਟ। ਜੋ ਐਗਰੀਮੈਂਟ 'ਚ ਲਿਖਿਆ ਗਿਆ ਹੈ, ਇਹਨੂੰ ਥੋੜ੍ਹਾ ਜਿਹਾ ਮੈਂ ਐਲੈਬੋਰੇਟ ਕਰਨਾ ਚਾਹਾਂਗਾ। ਕਿਵੇਂ ਲਿਖਿਆ ਗਿਆ ਹੈ ਕਿ ਕਿਸ ਪਰਸਨ ਨੂੰ ਕਿੰਨੀ ਸੈਲਰੀ ਮਿਲਣੀ ਹੈ, ਕਿਸ ਪਰਸਨ ਨੂੰ ਕਿੰਨਾ ਕਮਿਸ਼ਨ ਮਿਲਣਾ ਹੈ, ਕੈਪੀਟਲ ਦੇ ਉੱਪਰ ਕਿੰਨਾ ਇੰਟਰਸਟ ਹੈ, ਡਰਾਇੰਗਸ ਦੇ ਉੱਪਰ ਕਿੰਨਾ ਇੰਟਰਸਟ ਹੈ। ਅਤੇ ਅਸੀਂ ਲਾਸਟ ਲੈਕਚਰ ਵਿੱਚ ਪੜ੍ਹ ਚੁੱਕੇ ਹਾਂ, ਸੁਣ ਚੁੱਕੇ ਹਾਂ ਕਿ ਇਹ ਸਾਰਾ ਕੁਝ ਪਾਰਟਨਰਸ਼ਿਪ ਡੀਡ ਵਿੱਚ ਲਿਖਿਆ ਜਾਂਦਾ ਹੈ। ਅਤੇ ਡੀਡ ਇਜ਼ ਏ ਐਗਰੀਮੈਂਟ, ਤਾਂ ਇਟ ਮੀਨਸ ਜੋ ਐਗਰੀਮੈਂਟ ਹੋਇਆ ਹੈ ਉਸ ਦੇ ਅਕੋਰਡਿੰਗ ਹੀ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਬਣਾਇਆ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਨੈਕਸਟ ਨੰਬਰ ਹੈ ਮੈਚਿੰਗ ਪ੍ਰਿੰਸੀਪਲ ਇਜ਼ ਫੋਲੋਡ। ਇਹਦੇ ਵਿੱਚ ਮੈਚਿੰਗ ਪ੍ਰਿੰਸੀਪਲ ਨੂੰ ਲਾਗੂ ਕੀਤਾ ਜਾਂਦਾ ਹੈ, ਉਸ ਨੂੰ ਆਧਾਰ ਮੰਨ ਕੇ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਨੂੰ ਅੱਗੇ ਵੇਖਦੇ ਹਾਂ ਕਿ ਮੈਚਿੰਗ ਪ੍ਰਿੰਸੀਪਲ ਇਜ਼ ਨਾਟ ਫੋਲੋਡ। ਇਹਦੇ ਵਿੱਚ ਮੈਚਿੰਗ ਪ੍ਰਿੰਸੀਪਲ ਨੂੰ ਫਾਲੋ ਨਹੀਂ ਕੀਤਾ ਜਾਂਦਾ, ਜਦੋਂ ਕਿ ਪ੍ਰੋਫਿਟ ਐਂਡ ਲਾਸ ਅਕਾਊਂਟ ਵਿੱਚ ਮੈਚਿੰਗ ਪ੍ਰਿੰਸੀਪਲ ਨੂੰ ਫਾਲੋ ਕੀਤਾ ਜਾਂਦਾ ਹੈ। ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਵਿੱਚ ਇਸ ਨੂੰ ਫਾਲੋ ਨਹੀਂ ਕੀਤਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਇਹ ਤਾਂ ਸੀ ਸਾਡੇ ਕੋਲ ਡਿਫਰੈਂਸ ਬਿਟਵੀਨ ਪ੍ਰੋਫਿਟ ਐਂਡ ਲਾਸ ਅਕਾਊਂਟ ਐਂਡ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਹੁਣ ਇਸ ਤੋਂ ਬਾਅਦ ਕੁਝ ਕੁ ਸਾਡੇ ਕੋਲ ਗੋਲਡਨ ਰੂਲਸ ਨੇ। ਮਾਈ ਡੀਅਰ ਸਟੂਡੈਂਟਸ, ਇਸ ਚੈਪਟਰ ਨੂੰ ਕਰਨ ਲੱਗਿਆ ਜਿਹੜੇ ਵਿਦਿਆਰਥੀ ਨੇ ਗੋਲਡਨ ਰੂਲ ਯਾਦ ਕਰ ਲੈ, ਸਮਝ ਲਓ ਉਸ ਨੂੰ ਇਹ ਵਾਲਾ ਚੈਪਟਰ ਕਦੀ ਵੀ ਨਹੀਂ ਭੁੱਲੇਗਾ। ਗੋਲਡਨ ਰੂਲ ਹਮੇਸ਼ਾ ਯਾਦ ਰੱਖਣੇ ਨੇ, ਜਿਹੜੇ ਕਿ ਤੁਹਾਨੂੰ ਆਉਣ ਵਾਲੇ ਚੈਪਟਰਸ ਦੇ ਵਿੱਚ ਹਮੇਸ਼ਾ ਹੋਰ ਕੰਮ ਦੇਣਗੇ। ਸਭ ਤੋਂ ਪਹਿਲਾ ਗੋਲਡਨ ਰੂਲ ਹੈ, ਇਫ ਏ ਪਾਰਟਨਰ ਹੈਜ਼ ਗਿਵਨ loan to the firm and if the rate of interest is not given in the question, interest will be charged at the rate of 6% per annum। it is very very important। ਮੈਂ ਉਮੀਦ ਕਰਦਾ ਕਿ ਤੁਸੀਂ ਇਸ ਨੂੰ ਹਮੇਸ਼ਾ ਯਾਦ ਰੱਖੋਗੇ। ਸਪੋਜ਼ ਕਿ ਇੱਕ ਪਾਰਟਨਰ ਨੇ ਕਿਸੇ ਫਰਮ ਨੂੰ ਲੋਨ ਦੇ ਦਿੱਤਾ, ਵਿਆਜ 'ਤੇ ਪੈਸੇ ਦੇ ਦਿੱਤੇ ਔਰ ਡੀਡ ਦੇ ਵਿੱਚ ਕੁਛ ਨਹੀਂ ਲਿਖਿਆ ਗਿਆ, ਇਟ ਇਜ਼ ਨਾਟ ਕਲੀਅਰ, ਤਾਂ ਉਹ ਪਾਰਟਨਰ ਫਰਮ ਕੋਲੋਂ 6% ਦੇ ਸਾਲਾਨਾ ਦਰ ਦੇ ਨਾਲ ਵਿਆਜ ਲੈਣ ਦਾ ਹੱਕਦਾਰ ਹੈ। ਹਮੇਸ਼ਾ ਇਸ ਨੂੰ ਕਦੇ ਵੀ ਨਹੀਂ ਭੁੱਲਣਾ। ਮੰਨ ਲਓ ਕਿਸੇ ਪਾਰਟਨਰ ਨੇ ਕਿਸੇ ਫਰਮ ਨੂੰ ਲੋਨ ਦੇ ਦਿੱਤਾ, ਤਾਂ ਪਿਆਰੇ ਵਿਦਿਆਰਥੀਓ ਉਹ 6% ਵਿਆਜ ਦੀ ਦਰ ਨਾਲ ਫਰਮ ਦੇ ਕੋਲੋਂ ਕੀ ਹੈ ਜੀ, ਪੈਸੇ ਲੈ ਸਕਦਾ ਹੈ, ਵਿਆਜ ਲੈ ਸਕਦਾ ਹੈ। ਗੋਲਡਨ ਰੂਲ ਨੰਬਰ 2, if profit sharing ratio is not given, it will always be distributed equally ratio। my dear students, ਯਾਦ ਰੱਖਣਾ ਇਹ ਸਾਰੇ ਚੈਪਟਰ ਦੇ ਵਿੱਚ ਬੜਾ ਹੀ ਇੰਪੋਰਟੈਂਟ ਰੂਲ ਹੈ ਕਿ ਜੇਕਰ ਤੁਹਾਡਾ ਕੋਈ ਡਿਸਪਿਊਟ ਪੈਦਾ ਹੋ ਗਿਆ, ਕਿਸੇ ਤਰ੍ਹਾਂ ਦਾ ਕੁਛ ਨਹੀਂ ਲਿਖਿਆ ਹੋਇਆ, ਤਾਂ ਹਮੇਸ਼ਾ ਹਰੇਕ ਪਾਰਟਨਰ ਬਰਾਬਰ ਬਰਾਬਰ ਪ੍ਰੋਫਿਟ ਵਿੱਚੋਂ ਹਿੱਸਾ ਲੈਣ ਦਾ ਹੱਕਦਾਰ ਹੈ। ਉਹ ਬਰਾਬਰ ਹਿੱਸਾ ਲੈਣ ਦਾ ਦਾਅਵਾ ਪੇਸ਼ ਕਰ ਸਕਦਾ ਹੈ। ਗੋਲਡਨ ਰੂਲ ਨੰਬਰ 3, if rate of interest on capital and interest on drawing is not given in the question, there will be no interest to be given any partner। ਪਿਆਰੇ ਵਿਦਿਆਰਥੀਓ, ਜੇਕਰ ਕੁਐਸਚਨ ਦੇ ਵਿੱਚ
ਕਿਸੇ ਤਰ੍ਹਾਂ ਦਾ ਰੇਟ ਆਫ ਇੰਟਰਸਟ ਔਨ ਕੈਪੀਟਲ ਜਾਂ ਰੇਟ ਆਫ ਇੰਟਰਸਟ ਔਨ ਡਰਾਇੰਗ ਨਹੀਂ ਲਿਖਿਆ ਹੋਇਆ ਤਾਂ ਕਿਸੇ ਵੀ ਪਾਰਟਨਰ ਨੂੰ ਕੋਈ ਕੈਪੀਟਲ 'ਤੇ ਵਿਆਜ ਨਹੀਂ ਮਿਲੇਗਾ ਔਰ ਨਾ ਹੀ ਕਿਸੇ ਪਾਰਟਨਰ ਕੋਲੋਂ ਡਰਾਇੰਗ ਉੱਪਰ ਵਿਆਜ ਚਾਰਜ ਕੀਤਾ ਜਾਵੇਗਾ। ਇਹ ਹੈ ਜੀ ਗੋਲਡਨ ਰੂਲ ਨੰਬਰ 3। ਅੱਗੇ ਪਿਆਰੇ ਵਿਦਿਆਰਥੀਓ ਹੈ ਸਾਡੇ ਕੋਲ ऑब्जेक्टिव टाइप क्वेश्चंस। प्यारे विद्यार्थियों ऑब्जेक्टिव टाइप क्वेश्चन इस वार 20 आने हैं। मैं उम्मीद करदा कि तुसी हरेक क्वेश्चन नूं बड़े ध्यान नाल समझण दी कोशिश करोगे। सब तो पहला क्वेश्चन तुहाडी स्क्रीन ते आ रहा है। उस क्वेश्चन का नाम है इफ़ द एबसेंस ऑफ पार्टनरशिप डीड वट इज़ द रेशो इन विच द प्रॉफिट ऑफ ए फर्म are divided among the partners। ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਪਾਰਟਨਰਸ਼ਿਪ ਡੀਡ ਦੀ ਐਬਸੈਂਸ ਹੈ, ਭਾਵ ਪਾਰਟਨਰਸ਼ਿਪ ਡੀਡ ਨਹੀਂ ਲਿਖੀ ਹੋਈ, what is the ratio in which the profit of a firm are divided among the partners, ਤਾਂ ਉਹ ਪਾਰਟਨਰਸ ਪ੍ਰੋਫਿਟ ਨੂੰ ਕਿਹੜੀ ਰੇਸ਼ੋ ਵਿੱਚ ਵੰਡਣਗੇ। ਫਟਾਫਟ ਤੁਸੀਂ ਆਨਸਰ ਦਾ ਜਵਾਬ देना है जी। सोच लो, ਤੁਹਾਡੀ स्क्रीन के सामने आंसर आ रहा है कि जेकर साढ़े कोल ਡੀਡ नहीं लिखी हुई तो पार्टनर प्रॉफिट ਨੂੰ ਕਿਹੜੀ रेशो ਵਿੱਚ ਵੰਡਣਗੇ। ਤਾਂ आंसर स्क्रीन के सामने है जी। आर यू रेडी? आंसर इज इक्वली। बिल्कुल राइट, यू आर राइट स्टूडेंट्स। कि ਉਹ प्रॉफिट ਨੂੰ ਕਿਵੇਂ ਵੰਡਣਗੇ ਪਿਆਰੇ ਵਿਦਿਆਰਥੀਓ। ਉਸ प्रॉफिट ਨੂੰ ਉਹ ਬਰਾਬਰ ਬਰਾਬਰ ਰੇਸ਼ੋ ਦੇ ਵਿੱਚ ਵੰਡਣਗੇ। ਇੱਥੇ ਗੱਲ ਇੱਕ ਹੋਰ ਧਿਆਨ ਰੱਖਣੀ ਹੈ, ਜੇਕਰ ਉਹਨਾਂ ਨੇ ਪਾਰਟਨਰਸ਼ਿਪ ਡੀਡ ਵਿੱਚ ਇਹ ਲਿਖਿਆ ਹੋਇਆ ਹੈ ਕਿ ਅਸੀਂ ਪ੍ਰੋਫਿਟ ਨੂੰ 2:1:1:2 ਜੇ 4 ਪਾਰਟਨਰ ਨੇ ਤਾਂ ਅਸੀਂ 2:1:1:2 ਰੇਸ਼ੋ ਵਿੱਚ ਵੰਡਾਂਗੇ ਤਾਂ ਫਿਰ ਤਾਂ देयर इज़ नो प्रॉब्लम। पर प्यारे विद्यार्थियों इन दी एबसेंस ऑफ पार्टनरशिप डीड यानी कि इन केस एनी डिस्प्यूट अमंग दी पार्टनर्स तो फिर वो प्रॉफिट नूं किद्दां वंडणगे, बराबर बराबर वंडणगे। माय डियर स्टूडेंट्स, जेकर उन्हां विच किसी तरह का कोई रोला पै गया, कोई झगड़ा पैदा हो गया, जे तो डीड विच लिखिया होया है फिर तो रोला ही कोई नहीं ना। इफ इट इज़ नॉट रिटन इन दी पार्टनरशिप डीड then they will distribute the profit among the partners in equal ratio। is it clear? I am hopeful कि ਤੁਹਾਨੂੰ ਇਹ clear है। ਤੁਹਾਡੀ स्क्रीन ਤੇ next आ रहा है क्वेश्चन नंबर 2। क्वेश्चन है जी स्क्रीन ते सारे पढ़नगे। आर यू रेडी? क्वेश्चन है in the absence of partnership deed at which rate of interest is allowed on a ਪਾਰਟਨਰਸ ਲੋਨ। ਸਟੂਡੈਂਟਸ ਅਸੀਂ ਲਾਸਟ ਲੈਕਚਰ ਵਿੱਚ ਵੀ ਕੀਤਾ ਸੀ, ਅਸੀਂ ਹੁਣ ਵੀ ਪਹਿਲੇ ਥਿਊਰੀ ਵਿੱਚ ਕਰ ਚੁੱਕੇ ਹਾਂ। ਇਟ ਇਜ਼ ਅ ਵੈਰੀ ਇੰਪੋਰਟੈਂਟ ਕੁਐਸਚਨ। ਇਹ ਅਕਸਰ ਹੀ ਐਗਜ਼ਾਮ ਵਿੱਚ ਆਉਂਦਾ ਹੈ। ਮੈਂ ਉਮੀਦ ਕਰਦਾ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਯਾਦ ਕਰ ਲਿਆ ਹੋਣਾ ਹੈ। ਇੱਕ ਵਾਰ ਇਸ ਕੁਐਸਚਨ ਨੂੰ ਅਸੀਂ ਰਿਵਾਈਜ਼ ਕਰਦੇ ਹਾਂ। ਇਨ ਦੀ ਐਬਸੈਂਸ ਆਫ ਪਾਰਟਨਰਸ਼ਿਪ ਡੀਡ ਯਾਨੀ ਕਿ ਸਾਂਝੇਦਾਰੀ ਦਸਤਾਵੇਜ਼ ਦੀ ਅਣਹੋਂਦ ਦੇ ਵਿੱਚ at which rate of interest is allowed on a partner's loan यानी कि किसी पार्टनर ने फर्म ਨੂੰ ਲੋਨ ਦਿੱਤਾ ਹੋਇਆ ਹੈ ਤਾਂ ਪਿਆਰੇ ਵਿਦਿਆਰਥੀਓ ਉਹ ਪਾਰਟਨਰ ਕਿਸ ਰੇਟ ਦੇ ਨਾਲ ਵਿਆਜ ਲੈ ਸਕਦਾ ਹੈ ਆਪਾਂ ਡਿਸਕਸ ਕਰ ਲਿਆ ਹੈ। ਇਟ ਇਜ਼ ਅ ਵੈਰੀ ਇੰਪੋਰਟੈਂਟ ਫॉर ਯੂ ਪੀਪਲ। ਇਹਦਾ ਆਨਸਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ। ਤਾਂ ਪਿਆਰੇ ਵਿਦਿਆਰਥੀਓ ਉਸ ਦਾ ਰੇਟ ਹੈ 6% पर एनम। वेरी गुड, ਤੁਹਾਨੂੰ ਇਹ ਆਉਂਦਾ ਹੈ। ਤਾਂ ਜੇਕਰ ਕਿਸੇ ਪਾਰਟਨਰ ਨੇ ਫਰਮ ਨੂੰ ਲੋਨ ਦਿੱਤਾ ਹੈ ਤਾਂ ਮਾਈ ਡੀਅਰ ਸਟੂਡੈਂਟਸ ਉਸ ਨੂੰ 6% ਦਰ ਦੇ ਨਾਲ ਵਿਆਜ ਮਿਲੇਗਾ। ਵੈਰੀ ਗੁੱਡ, ਤੁਸੀਂ ਬੜੇ ਚੰਗੇ ਸਟੂਡੈਂਟ ਹੋ। ਨੈਕਸਟ ਸਾਡੇ ਕੋਲ ਆ ਰਿਹਾ ਹੈ क्वेश्चन नंबर 3 ਤੁਹਾਡੀ ਸਕਰੀਨ ਤੇ। ਆਰ ਯੂ ਰੈਡੀ? क्वेश्चन नंबर 3 है a partnership firm has 50 members. All the partners
have agreed to admit Manpreet and Sanjay as new partners. Can Manpreet and Sanjay be admitted? Give reasons in support of your answer. ਪਿਆਰੇ ਵਿਦਿਆਰਥੀਓ, ਇੱਕ ਪਾਰਟਨਰਸ਼ਿਪ ਫਰਮ ਵਿੱਚ ਪਹਿਲਾਂ ਹੀ 50 ਮੈਂਬਰ ਹਨ। ਆਲ ਦੀ ਪਾਰਟਨਰਸ ਹੈਵ ਐਗਰੀਡ ਟੂ ਐਡਮਿਟ। ਸਾਰੇ ਪਾਰਟਨਰ ਕਹਿੰਦੇ ਜੀ ਮਨਪ੍ਰੀਤ ਤੇ ਸੰਜੇ ਨੂੰ ਨਵਾਂ ਪਾਰਟਨਰ ਲੈ ਲਓ। ਕੈਨ ਮਨਪ੍ਰੀਤ ਐਂਡ ਸੰਜੇ ਵੀ ਐਡਮਿਟ? ਕੀ ਮਨਪ੍ਰੀਤ ਤੇ ਸੰਜੇ ਐਡਮਿਟ ਹੋ ਸਕਦੇ ਹਨ? ਗਿਵ ਰੀਜ਼ਨ ਇਨ ਸਪੋਰਟ ਆਫ ਯੂਅਰ ਆਂਸਰ। ਤੁਸੀਂ ਆਦੇ ਉੱਤਰ ਦੀ ਸਪੋਰਟ ਦੇ ਵਿੱਚ ਰੀਜ਼ਨ ਦਿਓ ਕਿ ਉਹਨਾਂ ਦੋਨਾਂ ਨੂੰ ਐਜ਼ ਏ ਮੈਂਬਰ ਲਿਆ ਜਾ ਸਕਦਾ ਹੈ ਕਿ ਨਹੀਂ। ਸੋਚੋ, ਫਟਾਫਟ ਆਨਸਰ ਦਿਓ। ਪਿਆਰੇ ਵਿਦਿਆਰਥੀਓ, ਇਹ ਤੁਹਾਨੂੰ ਆਉਣਾ ਚਾਹੀਦਾ ਹੈ, ਬਹੁਤ ਹੀ ਇੰਪੋਰਟੈਂਟ ਹੈ। ਆਨਸਰ ਤੁਹਾਡੀ ਸਕਰੀਨ 'ਤੇ ਆ ਰਿਹਾ ਹੈ। ਆਨਸਰ ਹੈ ਜੀ ਨੋ। ਕਈ ਸਟੂਡੈਂਟਸ ਨਿਰਾਸ਼ ਹੋ ਗਏ ਹੋਣਗੇ, ਨਿਓ ਕਿਉਂ ਹੋ ਗਿਆ, ਨੋ ਕਿਉਂ ਕਹਿ ਦਿੱਤਾ, ਨਹੀਂ ਕਿਉਂ ਕਹਿ ਦਿੱਤਾ। ਪਿਆਰੇ ਵਿਦਿਆਰਥੀਓ, ਸੱਚਮੁੱਚ ਇਸ ਦਾ ਆਨਸਰ ਨੋ ਹੈ, ਕਿਉਂਕਿ ਅਸੀਂ ਇੰਡੀਅਨ ਪਾਰਟਨਰਸ਼ਿਪ ਐਕਟ 1932 ਦੇ ਵਿੱਚ ਅਸੀਂ ਪਾਰਟਨਰਸ਼ਿਪ ਦੀ ਜਿਹੜੀ ਪਰਿਭਾਸ਼ਾ ਹੈ ਸੈਕਸ਼ਨ 4 ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਮਿਨੀਮਮ ਮੈਂਬਰ ਕਿੰਨੇ ਹੁੰਦੇ ਨੇ, 2। ਅਤੇ ਕੰਪਨੀਜ਼ ਐਕਟ 2013 ਦੇ ਵਿੱਚ ਅਸੀਂ ਪੜ੍ਹਿਆ ਹੈ ਕਿ ਮੈਕਸਿਮਮ ਪਾਰਟਨਰ 50 ਹੁੰਦੇ ਹਨ। ਸਾਡੇ ਕੋਲ ਤਾਂ ਆਲਰੇਡੀ 50 ਮੈਂਬਰ ਨੇ। ਫਿਰ ਚਾਹੇ ਸਾਰੇ ਹੀ ਕਿਉਂ ਨਾ 50 ਦੇ 50 ਰਜਾਮੰਦ ਹੋ ਜਾਣ ਕਿ ਮਨਪ੍ਰੀਤ ਸੰਜੇ ਨੂੰ ਪਾਰਟਨਰ ਲਾ ਲਓ। ਭਾਈ ਸਾਡੀ ਮਜਬੂਰੀ ਏ। ਸਾਡੀ ਕੀ ਮਜਬੂਰੀ ਏ ਕਿ ਸਾਡਾ ਇੰਡੀਅਨ ਪਾਰਟਨਰਸ਼ਿਪ ਐਕਟ 1932 ਕਹਿੰਦਾ ਹੈ ਪਿਆਰੇ ਵਿਦਿਆਰਥੀਓ ਕਿ 50 ਤੋਂ ਉੱਪਰ ਮੈਂਬਰ ਨਹੀਂ ਹੋ ਸਕਦੇ। ਅਤੇ ਸਾਡੇ ਕੋਲ ਪਹਿਲਾਂ ਹੀ ਮਾਈ ਡੀਅਰ ਸਟੂਡੈਂਟਸ 50 ਮੈਂਬਰ ਹਨ। ਇਸ ਲਈ ਸਾਰਿਆਂ ਦੀ ਸਹਿਮਤੀ ਹੋਣ ਦੇ ਬਾਵਜੂਦ ਵੀ ਸਾਡੀਆਂ ਸੀਮਾਵਾਂ ਨੇ। ਸਾਨੂੰ ਇੰਡੀਅਨ ਪਾਰਟਨਰਸ਼ਿਪ ਐਕਟ ਕਹਿ ਰਿਹਾ ਹੈ ਭਾਈ ਰੁਕ ਜਾਓ, 50 ਮੈਂਬਰ ਪਹਿਲਾਂ ਨੇ, ਤੁਸੀਂ ਹੋਰ ਨੂੰ ਐਡਮਿਸ਼ਨ ਨਹੀਂ ਦੇ ਸਕਦੇ। ਇਸ ਵਾਸਤੇ ਇਹਦਾ ਆਨਸਰ ਹੋਏਗਾ ਨੋ। ਸਟੂਡੈਂਟਸ ਰੈਡੀ ਹੋ ਜਾਓ। ਇੱਕ ਕੁਐਸਚਨ ਤੁਹਾਡੀ ਸਕਰੀਨ 'ਤੇ ਹੋਰ ਆ ਰਿਹਾ ਹੈ। ਉਸ ਕੁਐਸਚਨ ਦਾ ਨਾਮ ਹੈ ਕੁਐਸਚਨ ਨੰਬਰ 4। ਐਟ ਲੀਸਟ 3 persons are necessary for forming a partnership। ਸਾਡੇ ਕੋਲ ਪੁੱਛਿਆ ਜਾ ਰਿਹਾ ਹੈ ਕਿ ਇੱਕ ਪਾਰਟਨਰਸ਼ਿਪ ਬਣਾਉਣ ਦੇ ਲਈ ਘੱਟੋ ਘੱਟ 3 ਮੈਂਬਰ ਦੀ ਜ਼ਰੂਰਤ ਹੈ। ਸੋਚੋ ਜਲਦੀ ਨਾਲ। ਆਨਸਰ ਤੁਹਾਡੀ ਸਕਰੀਨ 'ਤੇ ਆ ਰਿਹਾ ਹੈ ਕਿ ਪਾਰਟਨਰਸ਼ਿਪ ਬਣਾਉਣ ਦੇ ਲਈ ਘੱਟੋ ਘੱਟ 3 ਮੈਂਬਰ ਦੀ ਜ਼ਰੂਰਤ ਹੈ। ਸੋਚੋ, ਸ਼ਾਬਾਸ਼, ਜਲਦੀ ਨਾਲ ਸੋਚੋ ਇਸ ਦਾ ਆਨਸਰ। ਇਸ ਦਾ ਆਨਸਰ ਤੁਹਾਡੀ ਸਕਰੀਨ 'ਤੇ ਆ ਗਿਆ। ਟਰੂ ਔਰ ਫਾਲਸ। ਤੁਸੀਂ ਦੱਸਣਾ ਹੈ ਕਿ ਇਹ ਟਰੂ ਹੈ ਜਾਂ ਫਾਲਸ ਹੈ। ਤਾਂ ਜਲਦੀ ਜਲਦੀ ਆਨਸਰ ਦਾਂਗੇ ਜੀ। ਇਸ ਦਾ ਆਨਸਰ ਹੈ, ਸਕਰੀਨ 'ਤੇ ਆ ਗਿਆ ਹੈ। ਬੀ ਰੈਡੀ। ਆਨਸਰ ਵਿਲ ਬੀ ਫਾਲਸ। ਕਈ ਸਟੂਡੈਂਟ ਸੋਚਦੇ ਹੋਣਗੇ ਜੀ ਕਿਉਂ। ਪਿਆਰੇ ਵਿਦਿਆਰਥੀਓ, ਅਸੀਂ ਸੈਕਸ਼ਨ 4 ਦੇ ਵਿੱਚ ਪੜ੍ਹਿਆ ਹੈ ਕਿ ਪਾਰਟਨਰਸ਼ਿਪ ਫਰਮ ਬਣਾਉਣ ਦੇ ਲਈ ਮਿਨੀਮਮ ਸਾਨੂੰ ਕਿੰਨੇ ਪਾਰਟਨਰ ਦੀ ਜ਼ਰੂਰਤ ਹੈ, 2 ਪਾਰਟਨਰਸ ਦੀ। ਅਸੀਂ ਫੀਚਰਸ ਵਿੱਚ ਵੀ ਪੜ੍ਹ ਚੁੱਕੇ ਹਾਂ, ਵਿਸ਼ੇਸ਼ਤਾ ਵਿੱਚ ਵੀ ਪੜ੍ਹ ਚੁੱਕੇ ਹਾਂ ਕਿ ਸਾਨੂੰ ਘੱਟੋ ਘੱਟ 2 ਪਾਰਟਨਰ ਦੀ ਜ਼ਰੂਰਤ ਹੁੰਦੀ ਹੈ। ਅਤੇ ਵੱਧ ਤੋਂ ਵੱਧ ਕਿੰਨੇ ਪਾਰਟਨਰ, ਅਸੀਂ ਪਿਛਲੇ ਕੁਐਸਚਨ 'ਚ ਪੜ੍ਹ ਲਿਆ ਹੈ 50। ਘੱਟ ਤੋਂ ਘੱਟ ਕਿੰਨੇ ਪਾਰਟਨਰ, 2। ਮੇਰੇ ਪਿਆਰੇ ਵਿਦਿਆਰਥੀਓ, ਇਸ ਨੂੰ ਭੁੱਲਣਾ ਨਹੀਂ ਕਿ ਪਾਰਟਨਰਸ਼ਿਪ ਫਰਮ ਬਣਾਉਣ ਦੇ ਲਈ ਸਾਨੂੰ ਘੱਟੋ ਘੱਟ 2 ਸਾਂਝੇਦਾਰਾਂ ਦੀ ਜ਼ਰੂਰਤ ਹੁੰਦੀ ਹੈ। ਇੱਕ ਅਸੀਂ ਵਿਸ਼ੇਸ਼ਤਾ ਲਾਸਟ ਲੈਕਚਰ ਵਿੱਚ ਹੋਰ ਕੀਤੀ ਸੀ ਕਿ ਜਿਹੜਾ ਸਾਡਾ ਬਿਜ਼ਨਸ ਹੈ ਉਹ ਲਾਫੁਲ ਹੋਣਾ ਚਾਹੀਦਾ ਹੈ। ਇਸ ਦੇ ਨਾਲ ਨਾਲ ਅਸੀਂ ਇਸ ਨੂੰ ਵੀ ਰਿਵਾਈਜ਼ ਕਰਦੇ ਹਾਂ ਕਿ ਜੋ ਅਸੀਂ ਬਿਜ਼ਨਸ ਕਰ ਰਹੇ ਹਾਂ ਉਹ ਕਾਨੂੰਨੀ ਹੋਣਾ ਚਾਹੀਦਾ ਹੈ, ਉਹ ਲਾਫੁਲ ਹੋਣਾ ਚਾਹੀਦਾ ਹੈ। ਮਿਨੀਮਮ 2 ਮੈਂਬਰ ਹੋਣੇ ਚਾਹੀਦੇ ਹਨ, ਮੈਕਸਿਮਮ ਮੈਂਬਰ 50 ਹੋਣੇ ਚਾਹੀਦੇ ਹਨ। ਇਹ ਸਾਰੀਆਂ ਅਸੀਂ ਗੱਲਾਂ, ਸਾਰੀਆਂ ਵਿਸ਼ੇਸ਼ਤਾਵਾਂ ਪਹਿਲਾਂ ਭਲੀ ਭਾਂਤੀ ਕਰ ਚੁੱਕੇ ਹਾਂ, ਅਸੀਂ ਬੜੀ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ। ਅਤੇ ਪਿਆਰੇ ਵਿਦਿਆਰਥੀਓ, ਇਸ ਕੁਐਸਚਨ ਦਾ ਆਨਸਰ ਸੀ ਫਾਲਸ। ਜੇ ਇੱਥੇ ਆ ਜਾਂਦਾ ਐਟ ਲੀਸਟ 2 person, ਫਿਰ ਸਾਡਾ ਆਨਸਰ ਕੀ ਹੋ ਜਾਣਾ ਸੀ, ਟਰੂ। ਬਟ ਹੁਣ ਸਾਡਾ ਆਨਸਰ ਕੀ ਹੈ,
प्यारे विद्यार्थियों फाल्स आंसर है। इस तो अगे साडा नैक्सट क्वेश्चन आ रहा है क्वेश्चन नंबर 5 तुहाडी स्क्रीन ते है। इंटरस्ट ऑन पार्टनर्स कैपिटल इज़ अलाउड एट द रेट ऑफ 6% पर एनम, यानी कि ਜਿਹੜੇ ਪਾਰਟਨਰਸ ਦੀ ਕੈਪੀਟਲ ਹੈ ਉਸ ਦੇ ਉੱਪਰ ਵਿਆਜ 6% ਸਾਲਾਨਾ ਦਰ ਨਾਲ ਮਿਲੇਗਾ। ਇਸ ਦਾ ਤੁਸੀਂ ਆਨਸਰ ਦੇਣਾ ਹੈ ਟਰੂ ਔਰ ਫਾਲਸ। ਤਾਂ ਪਿਆਰੇ ਵਿਦਿਆਰਥੀਓ ਇਸ ਦਾ ਆਨਸਰ ਕੀ ਹੋਵੇਗਾ? ਇਸ ਦਾ ਆਨਸਰ ਹੈ, ਸੋਚ ਲਓ ਫਟਾਫਟ, ਆਨਸਰ ਹੈ ਫਾਲਸ। ਹੁਣ ਕਈ ਸਟੂਡੈਂਟਸ ਨਿਰਾਸ਼ ਹੋਏ ਹੋਣਗੇ ਕਿ ਫਾਲਸ ਕਿਵੇਂ। ਪਿਆਰੇ ਵਿਦਿਆਰਥੀਓ ਜਦੋਂ ਤੱਕ ਸਟੇਟਮੈਂਟ ਵਿੱਚ ਨਾ ਲਿਖਿਆ ਹੋਏ ਜਾਂ ਜਦੋਂ ਤੱਕ ਪਾਰਟਨਰਸ਼ਿਪ ਡੀਡ ਵਿੱਚ ਪਾਰਟਨਰਸ ਦੇ ਕੈਪੀਟਲ 'ਤੇ ਇੰਟਰਸਟ ਨਾ ਲਿਖਿਆ ਜਾਏ ਉਦੋਂ ਤੱਕ ਕਿਸੇ ਨੂੰ ਕੋਈ ਵੀ ਇੰਟਰਸਟ ਨਹੀਂ ਮਿਲਣਾ ਹੈ। ਕੋਈ ਵੀ ਪਾਰਟਨਰ ਇੰਟਰਸਟ ਲੈਣ ਦਾ ਹੱਕਦਾਰ ਨਹੀਂ ਹੈ। ਇਸ ਵਾਸਤੇ ਇਸ ਦਾ ਆਨਸਰ ਫਾਲਸ ਹੋਏਗਾ। ਨੈਕਸਟ ਕੁਐਸਚਨ ਤੁਹਾਡੀ ਸਕਰੀਨ 'ਤੇ ਆ ਗਿਆ ਹੈ। Question number 6. In the absence of deed, profit are shared in dash ratio. ਜੇਕਰ ਸਾਡੇ ਕੋਲ ਪਾਰਟਨਰਸ਼ਿਪ ਡੀਡ ਦੀ ਅਣਹੋਂਦ ਹੋਏਗੀ ਤਾਂ ਪ੍ਰੋਫਿਟ ਨੂੰ ਕਿਵੇਂ ਵੰਡਿਆ ਜਾਏਗਾ, ਇਹ ਫਿਲਅਪ ਕਰਨੀ ਹੈ। ਪਿਆਰੇ ਵਿਦਿਆਰਥੀਓ ਐਗਜ਼ਾਮ ਵਿੱਚ ਤੁਹਾਨੂੰ ਫਿਲਅਪ ਕਰਨਾ ਵੀ ਆਉਣਾ ਹੈ। ਤਾਂ ਅਸੀਂ ਇਸ ਦਾ ਆਨਸਰ ਕੀ ਦਾਂਗੇ ਡੀਅਰ ਸਟੂਡੈਂਟਸ ਕਿ ਕਿਸ ਰੇਸ਼ੋ ਵਿੱਚ ਵੰਡਿਆ ਜਾਏਗਾ। ਇਹ ਕੁਐਸਚਨ ਤੁਹਾਨੂੰ ਆਉਂਦਾ ਹੈ। ਇਸ ਦਾ ਆਨਸਰ ਹੈ ਬੀ ਰੈਡੀ, ਤੁਹਾਡੀ ਸਕਰੀਨ 'ਤੇ ਆ ਰਿਹਾ ਹੈ ਡੀਅਰ ਸਟੂਡੈਂਟਸ, ਇਕੁਅਲ। ਬਿਲਕੁਲ ਰਾਈਟ, ਬਹੁਤ ਈਜੀ ਕੁਐਸਚਨ। ਇਸ ਈਜੀ ਕੁਐਸਚਨ ਦਾ ਆਪ ਜੀ ਨੇ ਆਨਸਰ ਦਿੱਤਾ ਹੈ ਇਕੁਅਲ, ਬਿਲਕੁਲ ਸਹੀ, ਕਿ ਉਹ ਪ੍ਰੋਫਿਟ ਨੂੰ ਬਰਾਬਰ ਵੰਡਣਗੇ। ਤੁਹਾਡੀ ਸਕਰੀਨ 'ਤੇ ਨੈਕਸਟ ਕੁਐਸਚਨ ਆ ਰਿਹਾ ਹੈ ਲਾਸਟ ਬਟ ਨਾਟ ਲੀਸਟ ਕੁਐਸਚਨ। ਕੁਐਸਚਨ ਨੰਬਰ 7 ਇਜ਼ ਪਾਰਟਨਰਸ ਆਰ ਕੋਲੈਕਟਿਵਲੀ ਕਾਲਡ। ਪਾਰਟਨਰ ਜਦੋਂ ਇਕੱਠੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਕੀ ਆਖਿਆ ਜਾਂਦਾ ਹੈ? ਵੈਰੀ ਇੰਪੋਰਟੈਂਟ ਕੁਐਸਚਨ। ਸਟੂਡੈਂਟਸ ਇਹਦਾ ਆਨਸਰ ਦੇਣ ਲਈ ਤਿਆਰ ਹੋ ਜਾਓ ਕਿ ਜਦੋਂ ਪਾਰਟਨਰਸ ਇਕੱਠੇ ਕਲੈਕਟਿਵਲੀ ਰੂਪ ਵਿੱਚ ਹੁੰਦੇ ਹਨ ਤਾਂ ਉਸ ਨੂੰ ਕੀ ਆਖਦੇ ਹਨ? ਤਾਂ ਇਸ ਦਾ ਆਨਸਰ ਹੈ ਪਿਆਰੇ ਵਿਦਿਆਰਥੀਓ, ਇਸ ਦਾ ਆਨਸਰ ਤੁਹਾਡੀ ਸਕਰੀਨ 'ਤੇ ਆ ਰਿਹਾ ਹੈ। ਇਸ ਦਾ ਆਨਸਰ ਹੈ ਮਾਈ ਡੀਅਰ ਸਟੂਡੈਂਟਸ, ਆਰ ਯੂ ਰੈਡੀ? ਆਨਸਰ ਇਜ਼ ਪਾਰਟਨਰਸ਼ਿਪ ਫਰਮ। ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਸਾਂਝੇਦਾਰੀ ਫਰਮ ਆਖਿਆ ਜਾਂਦਾ ਹੈ। ਮਾਈ ਡੀਅਰ ਸਟੂਡੈਂਟਸ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਅੱਜ ਵਾਲਾ ਇਹ ਵੀਡੀਓ ਲੈਕਚਰ ਬੜੇ ਧਿਆਨ ਨਾਲ ਸਮਝ ਲਿਆ ਹੋਣਾ ਹੈ। ਇਸ ਤੋਂ ਅੱਗੇ ਇੱਕ ਹੋਰ ਲੈਕਚਰ ਲੈ ਕੇ ਤੁਹਾਨੂੰ ਦੁਬਾਰਾ ਮਿਲਾਂਗੇ। ਤਬ ਤੱਕ ਰੱਬ ਰਾਖਾ। ਜੈ ਹਿੰਦ। ਥੈਂਕਸ ਫਾਰ ਵਾਚਿੰਗ ਦਿਸ ਵੀਡੀਓ।